परम सत्कारयोग सतगुरां दी सजी और नवाजी हुई साध संगत जीओ, आप माई पाई तनता दे योग हों जिन्हां नूं गुरु चरणां दे विच बैठ करके रब्बी गुरबाणी दे जाप सरवण करन दे सुभाग समय प्राप्त होए। आओ सारे ही रल मिल के गुरबाणी दी विचार करिए। श्रोमणी भगत भगत कबीर जी महाराज गुरबाणी दे विच की फरमान करते ने, की कह रहे ने, आओ जरा सरवण करिए जी। गौड़ी जोगी करही जोग पल मीठा अबरन दूजा भाई। रुंडत मुंडत कै सबदी दे करही सिद्ध पाई। जोगी आखदा है जोग ही चंगा है, मिठा है अते होर कुछ भी नहीं। हे भरावा मोने अंग भंग ते इक्को शब्द बोलण वाले ये आखदे हन कि उन्हां ने पूर्णता प्राप्त कर लई आ। बिन हर बिन भरम भुलाने अंदा, वाहिगुरु दे बगैर अन्ने मनुख बहम अंदर कुराहे गलत रास्ते पै होए ने। आखो सतनाम। वाहिगुरु दे बगैर जा पह जाओ आप सुटकावन ते बांदे बहु पंदा राव। भगत जी कहते जिन्हां कोल मैं आप दी खलासी कराउण लई जांदा हां, ओह आप बहुतियां सारियां जंजीरां नाल जकड़े होए ने। की कहंदे ने, कहंदे जिन्हां दे कोल बंद खलासी कराउण वास्ते जांदे हां, ओह आप बहुतियां जंजीरां दे नाल जकड़े होए ने। जहते उपजे तह समानी ए बिद बिसरे तब ही। जद बंदा इस किस्म दा हंकार भुल जांदा है तां आत्मा उस विच लीन हो जाती है जिथों ये पैदा हुई। साडी आत्मा जिहड़ी कित्थों आई है, ये परमेश्वर दे कोलों आई है। परमेश्वर आत्मा नूं शरीर दे विच फिट करदा। आ हुण जो अपने अपने अंदर आत्मा ने, कल्लू इस शरीर ने नहीं रहना। आत्मा अमर है, जिहड़ी आत्मा यही आत्मा चक के होर पासे फिट कर देनी है। मन लो गल भी गड्डी आ जिहड़ी आपां गड्डियां चलाने आ, गड्डी वधिया, एक्सीडेंट हो जाए, इंजन वधिया, बाकी टुट फुट जाए, बेकार हो जाए, काम दी ना रहे, जिहड़ा उहदा इंजन है ना वो चुक के होर बाडी दे विच फिट कर दिंदे ने। आखो सतनाम। होर बाडी दे विच फिट हो जांदा। अज ये आत्मा साडे शरीरां दे विच है। यही आत्मा
ਕੱਲ ਨੂੰ ਹੋਰ ਸਰੀਰ ਦੇ ਵਿੱਚ ਹੋ ਸਕਦੀ ਹੈ। ਆਖੋ ਸਤਨਾਮ। ਇਸ ਕਰਕੇ ਇਹ ਆਤਮਾ ਪਰਮੇਸ਼ਰ ਦੇ ਕੋਲੋਂ ਆਈ ਆ ਤੇ ਨਾਮ ਜਪਾਂਗੇ, ਬੰਦਗੀ ਕਰਾਂਗੇ, ਭਜਨ ਕਰਾਂਗੇ ਤੇ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣੀ। ਆਖੋ ਸਤਨਾਮ। ਅੱਗੇ ਸੁਣੋ ਕੀ ਕਹਿੰਦੇ ਨੇ। ਪੰਡਤ ਗੁਣੀ ਸੂਰ ਹਮ ਦਾਤੇ, ਦੇਹ ਕਰੇ ਹਮ ਬੜਹੀ। ਭਗਤ ਕਬੀਰ ਜੀ ਕਹਿੰਦੇ ਪੰਡਤ ਗੁਣੀ ਸੂਰ ਹਮ ਦਾਤੇ, ਇਹ ਕਰਹੇ ਵੱਡ ਹਮ ਹੀ। ਵਿਦਵਾਨ, ਨੇਕ, ਬਹਾਦਰ ਅਤੇ ਦਾਨੀ ਇਹ ਆਖਦੇ ਹਨ ਕਿ ਕੇਵਲ ਅਸੀਂ ਹੀ ਵੱਡੇ ਹਾਂ, ਅਸੀਂ ਹੀ ਵੱਡੇ ਹਾਂ। ਜਿਸੇ ਬੁਝਾਏ ਸੋਈ ਬੁਝੈ, ਬਿਨ ਬੁਝੈ ਕਿਉਂ ਰਹੀਐ। ਕੇਵਲ ਉਹੀ ਵਾਹਿਗੁਰੂ ਨੂੰ ਸਮਝਦਾ ਹੈ ਜਿਸ ਨੂੰ ਉਹ ਆਪਣਾ ਆਪ ਸਮਝਾਉਂਦਾ ਹੈ। ਉਸ ਨੂੰ ਸਮਝਣ ਦੇ ਬਗੈਰ ਬੰਦੇ ਦਾ ਕਿਸ ਤਰ੍ਹਾਂ ਸਰ ਸਕਦਾ। ਕਹਿੰਦੇ ਉਹੀ ਸਮਝਦਾ ਹੈ ਜਿਸ ਨੂੰ ਉਹ ਵਾਹਿਗੁਰੂ ਪਰਮੇਸ਼ਰ ਸਮਝਾਉਂਦਾ ਹੈ। ਹੁਣ ਮੰਨ ਲਓ ਗੱਲ ਵੀ ਮੇਰੇ ਲਈ ਜੇ ਕਿਸੇ ਨੇ ਸਮਝਣਾ, ਉਹਨੂੰ ਮੈਂ ਹੀ ਸਮਝਾਵਾਂਗਾ ਵੀ ਮੈਂ ਭਾਈ ਇਸ ਤਰ੍ਹਾਂ ਆਏ 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 ਕਰਕੇ ਸਾਰਾ ਕੁਛ, ਤਾਈਓ ਦੂਸਰਾ ਸਮਝੇਗਾ ਨਾ। ਆਪਣੇ ਆਪ ਨਹੀਂ ਪਤਾ ਲੱਗਣਾ ਹੈ। ਅਗਲਾ ਕਹਿੰਦਾ ਯਾਰ ਬੰਦਾ ਬੜਾ ਵਧੀਆ ਸੀ, ਕਿੰਨੇ ਸਾਲ ਦਾ ਪ੍ਰੇਮ ਬਣਿਆ ਹੋਇਆ ਸੀ, ਲੈ ਧੋਖਾ ਕਰ ਗਿਆ, ਬਸ ਕੀ ਕਰੀਏ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਸਮਝਣ ਲਈ ਉਹ ਆਪ ਹੀ ਮਿਹਰ ਕਰਦਾ ਤੇ ਆਪ ਹੀ ਕਿਰਪਾ ਕਰਦਾ ਹੈ। ਉਸ ਨੂੰ ਸਮਝਣ ਦੇ ਬਗੈਰ ਬੰਦੇ ਦਾ ਕਿਸ ਤਰ੍ਹਾਂ ਸਰ ਸਕਦਾ ਹੈ, ਨਹੀਂ ਸਰ ਸਕਦਾ। ਅੱਗੇ ਸੁਣੋ ਕੀ ਕਹਿੰਦੇ ਨੇ। ਸਤਿਗੁਰ ਮਿਲੈ ਅੰਧੇਰਾ ਚੁਕੈ, ਇਨ ਬਿਦ ਮਾਨਕ ਲਈਐ। ਸੱਚੇ ਗੁਰਾਂ ਨੂੰ ਮਿਲਣ ਦੁਆਰਾ ਹਨੇਰਾ ਦੂਰ ਹੋ ਜਾਂਦਾ। ਹਮ ਬਾਹਰਲਾ ਹਨੇਰਾ ਨਾ ਸਮਝ ਲਿਓ, ਕਿਤੇ ਕਹੋ ਵੀ ਬੱਲਬ ਲਾਣ ਦੀ ਲੋੜ ਨਹੀਂ ਵੀ ਸਤਿਗੁਰੂ ਮਿਲ ਗਏ। ਹਾਂ, ਅੰਦਰ ਦੀ ਗੱਲ ਕਰ ਰਹੇ ਨੇ। ਜਿਹੜਾ ਅੰਦਰ ਹਨੇਰਾ, ਹਨੇਰਾ ਕਾਹਦਾ? ਭਰਮਾਂ ਦਾ, ਵਹਿਮਾਂ ਦਾ। ਇਹ ਹਨੇਰਾ ਪਿਆ ਹੋਇਆ ਨਾ, ਉਹ ਹਨੇਰਾ ਦੂਰ ਕਰਦੇ ਨੇ ਸਤਿਗੁਰੂ ਅੰਦਰਲਾ। ਸਤਿਗੁਰ ਭਰਮ ਕੇ ਪਰਦੇ ਖੋਲੇ, ਭਰਮਾਂ ਭੁਰਮਾਂ ਦੇ ਵਹਿਮਾਂ ਦੇ ਸਾਰੇ ਪਰਦੇ ਖੋਲ ਦਿੰਦਾ ਸਤਿਗੁਰੂ। ਅੰਦਰ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਂਦਾ। ਇਸ ਤਰੀਕੇ ਨਾਲ ਪ੍ਰਭੂ ਹੀਰਾ ਪ੍ਰਾਪਤ ਹੋ ਜਾਂਦਾ। ਜਿਹੜਾ ਪ੍ਰਭੂ ਪਰਮੇਸ਼ਰ ਰੂਪੀ ਹੀਰਾ, ਜਿਹੜਾ ਭਾਵ ਕਿ ਪਰਮੇਸ਼ਰ ਰੂਪੀ ਪਰਮੇਸ਼ਰ ਜਿਹੜਾ ਉਹ ਸਾਨੂੰ ਦਿਖ ਜਾਂਦਾ ਹੈ, ਉਹ ਪ੍ਰਾਪਤ ਹੋ ਜਾਂਦਾ ਹੈ। ਤਜ ਬਾਬੇ ਦਾਨ ਬਿਕਾਰਾ, ਇਸ ਪਦ ਦ੍ਰਿੜ ਕਰ ਰਹੀ ਹੈ। ਭਗਤ ਕਬੀਰ ਜੀ ਕਹਿੰਦੇ ਆਪਣੇ ਖੱਬੇ ਹੱਥ ਅਤੇ ਸੱਜੇ ਦੇ ਪਾਪਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੇ ਚਰਨ ਘੁੱਟ ਕੇ ਫੜ ਲਾ। ਚਰਨ ਇੰਨੇ ਘੁੱਟ ਕੇ ਫੜਨ ਦਾ ਮਤਲਬ ਵੀ ਚਰਨਾਂ ਦੇ ਨਾਲ ਇੰਨਾ ਪੱਕੇ ਤੌਰ ਤੇ ਜੁੜ ਜਾ, ਇੱਕ ਪਾਸੇ ਸਾਰੀ ਦੁਨੀਆ ਖੜੀ ਹੋਵੇ, ਇੱਕ ਪਾਸੇ ਗੁਰੂ, ਤੇ ਗੁਰੂ ਦੇ ਵੱਲ ਜਾਈ। ਜੋ ਗੁਰੂ ਕਹਿੰਦਾ ਉਹ ਕਰੀ। ਇੰਨਾ ਭਰੋਸਾ ਰੱਖ ਕੇ ਚੱਲ, ਇੰਨਾ ਜੁੜ ਜਾ ਤਾਂ ਗੁਰਮੁਖ ਪਿਆਰਿਓ ਫਿਰ ਬਖਸ਼ਿਸ਼ਾਂ ਹੁੰਦੀਆਂ ਨੇ, ਕਿਰਪਾ ਹੁੰਦੀ ਹੈ। ਜਦੋਂ ਪੂਰਨ ਤੌਰ ਤੇ ਗੁਰੂ ਦੇ ਨਾਲ ਜੁੜ ਕੇ ਨਾ, ਜਿਵੇਂ ਹੁਣ ਆਪਾਂ ਸ਼ਬਦ ਪੜ੍ਹਦੇ ਆ, ਜੋ ਮੰਗੈ ਠਾਕਰ ਆਪਣੇ ਤੇ
ਹੁਣ ਸ਼ਬਦ ਤਾਂ ਆਪਾਂ ਪੜ੍ਹ ਲੈਂਦੇ ਆ, ਸੁਣ ਲੈਂਦੇ ਆ, ਪਰ ਇਹਦੇ ਅਰਥਾਂ ਦਾ ਪਤਾ ਨਹੀਂ ਲੱਗਦਾ। ਹੁਣ ਕਈ ਕਹਿਣਗੇ ਮੰਗੀ ਮੰਗਦੇ ਬੜਿਆ ਜੀ, ਮਿਲਦਾ ਕੱਖ ਨਹੀਂ ਹੈ ਬਾਬਾ ਜੀ। ਮੰਗਦੇ ਬੜਿਆ ਪਰ ਮਿਲਦਾ ਕੁਛ ਨਹੀਂ ਹੈ, ਕੁਛ ਨਹੀਂ ਵਾਹਿਗੁਰੂ ਦਿੰਦਾ। ਧਿਆਨ ਦਿਓ ਵੀ ਕਿੱਥੇ ਗਲਤੀ ਆ। ਗੁਰੂ ਦੇ ਵਿੱਚ ਗਲਤੀ ਨਹੀਂ ਹੋ ਸਕਦੀ। ਕਾਰਨ ਕੀ ਆ, ਸਾਨੂੰ ਕਿਉਂ ਨਹੀਂ ਮਿਲਦਾ? ਸੁਣੋ ਵੀ ਕਿਉਂ ਨਹੀਂ ਮਿਲਦਾ। ਜੋ ਮੰਗੈ ਠਾਕਰ ਆਪਣੇ ਤੇ, ਆਪਣੇ ਤੇ। ਇਹ ਦੇਖੋ ਵੀ ਠਾਕਰ ਨੂੰ, ਪਰਮੇਸ਼ਰ ਨੂੰ ਆਪਣਾ ਬਣਾ ਲਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਜੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਨਾ, ਫਿਰ ਸਮਝ ਲਓ ਸਤਿਗੁਰੂ ਨੂੰ ਅਸੀਂ ਆਪਣਾ ਬਣਾ ਹੀ ਨਹੀਂ। ਆਖੋ ਸਤਨਾਮ। ਬਾਬਾ ਫਰੀਦ ਜੀ ਕਿੰਨੇ ਸਾਲ ਤਪ ਕੀਤਾ, ਗੁਰੂ ਵਾਲੇ ਨਹੀਂ ਬਣੇ, ਤਾਂ ਗੁਰਮੁਖ ਪਿਆਰਿਓ ਸਾਰਾ ਜਪ ਤਪ ਲੇਖੇ ਨਹੀਂ ਪਿਆ। ਜਪ ਤਪ ਲੇਖੇ ਨਹੀਂ ਪਿਆ। ਇੱਥੋਂ ਤੱਕ ਦੱਸਦਾ ਇਤਿਹਾਸ, ਕਹਿੰਦੇ ਫਰੀਦ ਜੀ ਜਦੋਂ ਜੰਗਲਾਂ ਦੇ ਵਿੱਚ ਗਏ, 12 ਸਾਲ ਦਾ ਤਪ ਕੀਤਾ, 12 ਸਾਲ ਦਾ ਤਪ ਕਰਕੇ ਵਾਪਸ ਆਏ, ਪਰਿਵਾਰ ਘਰ ਨੂੰ ਮਿਲੇ, ਤਾਂ ਗੁਰਮੁਖ ਪਿਆਰਿਓ ਫਿਰ ਦੂਸਰੀ ਵਾਰ 12 ਸਾਲ ਦਾ ਤਪ ਫੇਰ ਕੀਤਾ। ਕਹਿੰਦੇ ਜਦੋਂ ਦੁਬਾਰਾ 12 ਸਾਲ ਦਾ ਤਪ ਸ਼ੁਰੂ ਕੀਤਾ ਜੰਗਲਾਂ ਦੇ ਵਿੱਚ ਨਾ, ਜੰਗਲ ਦੇ ਵਿੱਚ ਜਦੋਂ ਤਪ ਕੀਤਾ, ਕੇਸਾਂ ਦੇ ਵਿੱਚ ਚਿੜੀਆਂ ਨੇ ਆਲਣੇ ਬਣਾ ਰਹੇ ਸੀ। ਇਹੀ ਜੀ ਸਮਾਧੀ ਲਾ ਲੈਤੀ ਦੀ, ਦੇਖ ਲਓ, ਆਲਣੇ ਪਾ ਲਏ। ਇੱਕ ਦਿਨ ਵਿਚਾਰ ਕਰਨ ਲੱਗੇ, ਚਿੜਾ ਔਰ ਚਿੜੀ, ਉਹ ਕਹਿੰਦੇ ਸੋਚਿਆ, ਕਹਿੰਦੇ ਜਿਹਦੇ ਜਟਾਂ ਦੇ ਵਿੱਚ ਆਪਾਂ ਆਲਣਾ ਪਾ ਕੇ ਬੈਠੇ ਆ, ਇਹ ਤਾਂ ਮਨਮੁਖ ਹੈ, ਇਹ ਤਾਂ ਗੁਰੂ ਵਾਲੇ ਨਹੀਂ ਹੈ, ਇਹ ਤਾਂ ਆਪਣਾ ਜੀਵਨ ਵੀ ਭ੍ਰਸ਼ਟਿਆ ਜਾਊ। ਕਹਿੰਦੇ ਚਿੜੀ ਚਿੜਾ ਉਦੋਂ ਉੱਡ ਗਏ ਸੀ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਨਗੁਰੇ ਕਾ ਹੈ ਨਾਉ ਬੁਰਾ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਨਾਉ ਵੀ ਬੁਰਾ। ਜਿੱਥੇ ਨਾਰਦ ਮੁਨੀ ਬੈਠਿਆ ਕਰਦਾ ਸੀ ਨਾ, ਜਾ ਕੇ ਕ੍ਰਿਸ਼ਨ ਭਗਵਾਨ ਦੇ ਨਾਲ ਬੜਾ ਪ੍ਰੇਮ ਸੀ ਨਾਰਦ ਮੁਨੀ ਦਾ। ਜਿੱਥੇ ਨਾਰਦ ਮੁਨੀ ਬਹਿੰਦਾ ਸੀ ਜਾ ਕੇ ਨਾ, ਕ੍ਰਿਸ਼ਨ ਭਗਵਾਨ ਜੀ ਉੱਥੋਂ 1.25 ਗਜ ਧਰਤੀ ਪੁਟਾ ਦਿੰਦੇ ਸੀ ਜਿੱਥੇ ਬਹਿੰਦਾ ਸੀ। ਉਹ ਇੱਕ ਦਿਨ ਨਾਰਦ ਮੁਨੀ ਨੂੰ ਪਤਾ ਲੱਗਿਆ ਵੀ ਜਿੱਥੇ ਮੈਂ ਬਹਿਣਾ, ਕ੍ਰਿਸ਼ਨ ਭਗਵਾਨ ਧਰਤੀ ਪਟਾ ਦਿੰਦਾ, ਜ਼ਮੀਨ ਪਟਾ ਦਿੰਦਾ, ਉੱਥੋਂ ਜਗ੍ਹਾ। ਪੁੱਛੀਦਾ ਸੀ ਵੀ ਕਾਰਨ ਕੀ ਆ, ਗੱਲ ਕੀ ਆ। ਉਂਝ ਬੜਾ ਜਦੋਂ ਮਿਲਦੇ ਗਿਲਦੇ ਨੇ ਬੜਾ ਪ੍ਰੇਮ ਕਰਦੇ ਨੇ। ਕ੍ਰਿਸ਼ਨ ਭਗਵਾਨ ਨੂੰ ਪੁੱਛਣਾ ਕੀਤਾ, ਕਹਿੰਦੇ ਭਗਵਾਨ ਜੀ ਉਂਝ ਤਾਂ ਜਦੋਂ ਮਿਲਦੇ ਗਿਲਦੇ ਆ ਬੜਾ ਸਤਿਕਾਰ ਕਰਦੇ ਹੋ, ਜਿੱਥੇ ਮੈਂ ਬਹਿਣਾ ਉੱਥੋਂ ਤੁਸੀਂ ਧਰਤੀ ਪਟਵਾ ਦਿੰਦੇ ਹੋ। ਇਹ ਕਾਰਨ ਕੀ ਆ? ਕ੍ਰਿਸ਼ਨ ਭਗਵਾਨ ਜੀ ਕਹਿੰਦੇ ਨਾਰਦ ਜੀ, ਇਹ ਧਰਤੀ ਇਸ ਪਟਾ ਕੇ ਇਸ ਕਰਕੇ ਪਟਾਈ ਜਾਂਦੀ, ਜਿੱਥੇ ਤੁਸੀਂ ਬਹਿੰਦੇ ਹੋ ਧਰਤੀ ਭ੍ਰਸ਼ਟ ਹੋ ਜਾਂਦੀ ਹੈ। ਨਾਰਦ ਮੁਨੀ ਜੀ ਕਹਿੰਦੇ ਕੀ ਕਹਿਣ ਲੱਗੇ ਹੋ ਤੁਸੀਂ? ਕਹਿੰਦੇ ਹਾਂ, ਜਿੱਥੇ ਤੁਸੀਂ ਬਹਿੰਦੇ ਹੋ ਧਰਤੀ ਭ੍ਰਸ਼ਟ ਹੋ ਜਾਂਦੀ ਹੈ। ਨਾਰਦ ਮੁਨੀ ਕਹਿੰਦੇ ਕਿਉਂ? ਕਹਿੰਦੇ ਤੁਸੀਂ ਨਗੁਰੇ ਹੋ। ਆਖੋ ਸਤਨਾਮ।
ਕਹਿੰਦੇ ਵੇਦ ਵਿਆਸ, ਜਾਂ ਪੁੱਛ ਲਓ ਜਾ ਕੇ ਵੇਦ ਵਿਆਸ ਜੀ ਨੂੰ, ਤੁਹਾਨੂੰ ਆਪੇ ਦੱਸ ਦੇਣਗੇ। ਸੋ ਇੱਧਰ ਨੂੰ ਵਿਚਾਰ ਨੂੰ ਨਾਲ ਲੈ ਕੇ ਜਾਈਏ, ਜੋ ਵਿਚਾਰ ਚੱਲ ਰਹੀ ਉਧਰ ਨੂੰ ਆਈਏ। ਕਹਿਣ ਦਾ ਮਤਲਬ ਵੀ ਨਗੁਰੇ ਦਾ ਨਾਮ ਬੁਰਾ, ਗੁਰੂ ਵਾਲੇ ਬਣੀਏ, ਗੁਰੂ ਵਾਲੇ ਬਣ ਕੇ ਜਪ ਤਪ ਕਰੀਏ। ਵਿਚਾਰ ਚੱਲ ਰਹੇ ਸੀ ਸਤਿਗੁਰੂ ਆਪਣੇ ਤੋਂ ਆਪਣਾ ਬਣਾ ਹੀ ਨਹੀਂ ਅਸੀਂ ਨੇ ਹਜੇ ਤੱਕ। ਜਦੋਂ ਆਪਣਾ ਬਣਾ ਲਿਆ ਨਾ ਖੰਡੇ ਬੱਟੇ ਦਾ ਅੰਮ੍ਰਿਤ ਛਕ ਕੇ, ਫਿਰ ਸਮਝ ਲਓ ਅਸੀਂ ਗੁਰੂ ਵਾਲੇ ਬਣ ਗਏ ਆ। ਗੁਰੂ ਵਾਲੇ ਦਾ ਮਤਲਬ ਵੀ ਗੁਰੂ ਦੇ ਬਣ ਗਏ ਆ। ਫਿਰ ਮੰਗੂ, ਫਿਰ ਦਊਗਾ ਸਤਿਗੁਰੂ, ਫਿਰ ਮੇਰਾ ਕਰੂਗਾ, ਰਹਿਮਤ ਕਰੂਗਾ। ਜਦੋਂ ਕਿਸੇ ਨੂੰ ਆਪਾਂ ਹੁਣ ਆਪਣਾ ਬਣਾ ਲੈਂਦੇ ਫੇਰ ਕੁਝ ਦਿੰਦਾ ਨਾ। ਜੇ ਕਿਸੇ ਨੂੰ ਆਪਾਂ ਜਾਣਦੇ ਨਹੀਂ ਹੈ, ਕੋਈ ਆਪਣਾ ਹੈ ਨਹੀਂ, ਉਹ ਤੋਂ ਮੰਗ ਲਈ ਯਾਰ ਗੱਡੀ ਦੇਈ ਮੜੀ ਜੀ। ਹੁਣ ਮੰਨ ਲਓ ਮੇਰੇ ਦੋ ਗੱਡੀਆਂ ਖੜੀਆਂ ਨੇ, ਜੋ ਹੁਣ ਮੈਨੂੰ ਜਾਣਨ ਵਾਲੇ ਨੇ, ਜਿਹਨੂੰ ਮੈਂ ਜਾਣਦਾ ਵੀ ਆ ਆਪਣੇ ਗੁਰਦੁਆਰਾ ਸਾਹਿਬ ਆਉਂਦੇ ਨੇ ਜੀ, ਨਿੱਤ ਆਉਂਦੇ ਨੇ, ਰੋਜ਼ ਨੇ। ਹੁਣ ਪ੍ਰਧਾਨ ਜੀ ਬੈਠੇ ਨੇ ਆਪਣੇ, ਇੱਧਰ ਬੈਠੇ ਨੇ ਲਾਣੇਦਾਰ ਜੀ, ਕਹਿਣੇ ਬਾਬਾ ਜੀ ਗੱਡੀ ਦਿਓ ਜੀ, ਜਾ ਕੇ ਆਉਣਾ, ਜਿਹਦੀ ਚਾਬੀਆਂ ਫੜਾ ਦੂੰਗਾ, ਲਓ ਭਾਈ ਲੈ ਜਾਓ। ਜੇ ਕੋਈ ਅਣਜਾਣ ਆ ਜੇ ਉਹਨੂੰ ਕਹਾ ਕੇ ਨਾ ਭਾਈ ਮੈਂ ਨਹੀਂ ਤੈਨੂੰ ਜਾਣਦਾ, ਤੂੰ ਕੌਣਾ, ਮੈਂ ਨਹੀਂ ਦੇਣੀ। ਇਸ ਕਰਕੇ ਸਤਿਗੁਰੂ ਨੂੰ ਜਦੋਂ ਆਪਣਾ ਬਣਾ ਲਿਆ ਨਾ, ਜੋ ਮੰਗਾਂਗੇ ਨਾ ਉਹੀ ਮਿਲ ਜਾਂਦਾ। ਆਖੋ ਸਤਨਾਮ। ਅੱਗੇ ਕੀ ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਭਗਤ ਕਬੀਰ ਜੀ ਆਖਦੇ ਹਨ, ਕਹਿੰਦੇ ਗੂੰਗੇ ਆਦਮੀ ਨੂੰ ਗੁੜ ਖਵਾਇਆ ਜਾਵੇ, ਪਰ ਉਹ ਪੁੱਛੇ ਜਾਣ ਤੇ ਉਹ ਕੀ ਆਖੇਗਾ। ਜਿਹਨੂੰ ਪੁੱਛੇ ਵੀ ਕਿਹੋ ਜਿਹਾ ਸਵਾਦ ਸੀ। ਗੂੰਗੇ ਬੰਦੇ ਨੇ ਗੁੜ ਖਾ ਲਿਆ, ਉਹਨੂੰ ਪੁੱਛੀਏ ਕਿਹੋ ਜਿਹਾ ਸਵਾਦ ਸੀ, ਉਹ ਸਵਾਦ ਨਹੀਂ ਦੱਸ ਸਕਦਾ। ਇਸ਼ਾਰਾ ਕਰ ਦੇਗਾ ਬਹੁਤ ਵਧੀਆ ਸੀ, ਪਰ ਦੱਸ ਨਹੀਂ ਸਕਦਾ। ਸਿਮਰਨ ਦਾ ਜਿਹੜਾ ਆਨੰਦ ਹੈ, ਭਗਤੀ ਦਾ ਜਿਹੜਾ ਆਨੰਦ ਹੈ, ਉਹ ਦੱਸਿਆ ਨਹੀਂ ਜਾ ਸਕਦਾ, ਮਹਿਸੂਸ ਕੀਤਾ ਜਾਂਦਾ। ਦੱਸ ਨਹੀਂ ਸਕਦੇ ਵੀ ਕਿੰਨਾ ਕੁ ਆਨੰਦ ਹੈ, ਕਿੰਨਾ ਕੁ ਵਧੀਆ। ਸਾਰਾ ਕਰ ਸਕਦੇ ਆ ਵੀ ਬੜਾ ਆਨੰਦ ਆ ਬਈ। ਅੱਗੇ ਸੁਣੋ ਕੀ ਕਹਿੰਦੇ ਨੇ, ਰਾਗ ਗੌੜੇ ਕਬੀਰ ਜੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ, ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਜੈ ਕਿਸ ਆਹਾਂ ਤਾਂ ਕਿਸ ਨਾਹੀ, ਪੰਚ ਤਤ ਤਹਿ ਨਾਹੀ। ਕਹਿੰਦੇ ਜਿੱਥੇ ਕੁਝ ਸੀ, ਜਿੱਥੇ ਕੁਛ ਸੀ, ਉੱਥੇ ਹੁਣ ਕੁਝ ਵੀ ਨਹੀਂ। ਪੰਜ ਅੰਸ਼ ਵੀ ਉੱਥੇ ਨਹੀਂ। ਈੜਾ ਪਿੰਗਲਾ ਸੁਖਮਣ ਬੰਦੇ, ਇਹ ਅਬਗਣ ਕਤ ਜਾਈ। ਖੱਬੀ ਸੁਰ ਸੱਜੀ ਸੁਰ ਅਤੇ ਹਵਾ ਦੀ ਕੇਂਦਰੀ ਨਾਲੀ, ਇਹ ਹੁਣ ਕਿਸ ਤਰ੍ਹਾਂ ਗਿਣੇ ਜਾ ਸਕਦੇ ਹਨ। ਇਹ ਇਨਸਾਨ ਇਹ ਕਿਸ ਤਰ੍ਹਾਂ ਗਿਣੇ ਜਾ ਸਕਦੇ ਨੇ। ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਕਹਿੰਦੇ ਤਾਗਾ ਟੁੱਟ ਗਿਆ ਅਤੇ ਦਿਮਾਗ ਨਾਸ ਹੋ ਗਿਆ, ਬਚਨ ਬਲਾਸ ਕਿੱਥੇ ਅਲੋਪ ਹੋ ਗਏ। ਤਾਗਾ ਟੁੱਟ ਗਿਆ, ਦਿਮਾਗ ਨਾਸ ਹੋ ਗਿਆ। ਜਦੋਂ ਸਾਡਾ ਆ ਸਰੀਰ ਨਹੀਂ ਰਿਹਾ, ਫਿਰ ਦਿਮਾਗ ਕਿੱਥੇ ਰਹਿਣਾ। ਫਿਰ ਜਿਹੜੇ ਸਰੀਰ ਦੇ ਵਿੱਚ ਬੋਲ ਆ,
ਉਹ ਕਿੱਥੇ ਅਲੋਪ ਹੋ ਗਏ। ਅੱਗੇ ਬੋਲਦਾ ਸੀ, ਖਾਂਦਾ ਪੀਂਦਾ ਸੀ, ਗੱਲਾਂ ਬਾਤਾਂ ਕਰਦਾ ਸੀ, ਤੇ ਹੁਣ ਉਹ ਕਿੱਥੇ ਚਲੀਆਂ ਗਈਆਂ? ਉਹ ਬੋਲਦਾ ਕਿਉਂ ਨਹੀਂ ਹੈ? ਕਿੱਧਰ ਅਲੋਪ ਹੋ ਗਏ? ਇਹ ਸੰਸਾ ਮੋਕੋ ਅਨ ਦਿਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ ਰਹਾਓ। ਇਹ ਸੰਸਾ ਮੋਕੋ ਅਨ ਦਿਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ ਰਹਾਓ। ਕਹਿੰਦੇ ਰਾਤ ਦਿਨ ਇਹ ਫਿਕਰ ਮੈਨੂੰ ਚਿੰਬੜਿਆ ਰਹਿੰਦਾ, ਦਿਨ ਰਾਤ ਇਹ ਫਿਕਰ ਮੈਨੂੰ ਚਿੰਬੜਿਆ ਰਹਿੰਦਾ ਹੈ। ਕੋਈ ਇਸ ਨੂੰ ਬਿਆਨ ਕਰਕੇ ਮੈਨੂੰ ਸਮਝਾ ਨਹੀਂ ਸਕਦਾ ਰਹਾਓ। ਜਹ ਬਰ ਪੰਡ ਪਿੰਡ ਤਹਿ ਨਾਹੀ, ਰਚਨਹਾਰ ਤਹਿ ਨਾਹੀ। ਸਰੀਰ ਉੱਥੇ ਨਹੀਂ ਜਿੱਥੇ ਇਹ ਦੁਨੀਆ ਹੈ, ਇਸ ਦਾ ਪ੍ਰੇਕ ਮਨ ਵੀ ਉੱਥੇ ਨਹੀਂ ਹੈ। ਨਾ ਸਰੀਰ ਤੇ ਮਨ ਉੱਥੇ ਨਹੀਂ ਹੈ। ਜੋੜਨ ਹਾਰ ਸਦਾ ਤੀਤਾ, ਇਹ ਕਹੀਐ ਕਿਸ ਮਾਹੀ। ਭਗਤ ਕਬੀਰ ਜੀ ਕਹਿੰਦੇ ਜੋੜਨ ਵਾਲਾ ਸदैव ਹੀ ਨਿਰਲੇਪ ਹੈ। ਹੁਣ ਇਹ ਆਤਮਾ ਕਿਹਦੇ ਅੰਦਰ ਸਮਾਈ ਹੋਈ ਆਖੀ ਜਾ ਸਕਦੀ ਹੈ? ਜੋੜੀ ਜੁੜੇ ਨਾ ਤੋੜੀ ਟੁੱਟੈ, ਜਬ ਲਾਗੋਏ ਬਿਨਾਸੀ। ਮਿਲਾਉਣ ਦੁਆਰਾ ਆਦਮੀ ਤੱਤਾਂ ਨੂੰ ਮਿਲ ਨਹੀਂ ਸਕਦਾ। ਜਦ ਤਾਈਂ ਸਰੀਰ ਨਾਸ ਨਾ ਹੋਵੇ, ਉਹ ਵੱਖਰੇ ਕਰਨ ਦੁਆਰਾ ਇਸ ਨੂੰ ਵੱਖਰੇ ਨਹੀਂ ਕਰ ਸਕਦਾ। ਕਾਕੋ ਠਾਕਰ ਕਾਕੋ ਸੇਵਕ, ਕੋ ਕਾਹੂ ਕੈ ਜਾਸੀ। ਕਾਕੋ ਠਾਕਰ ਕਾਕੋ ਸੇਵਕ, ਕੋ ਕਾਹੂ ਕੈ ਜਾਸੀ। ਕਹਿੰਦੇ ਰੂਹ ਆਤਮਾ ਕਿਸ ਦੀ ਮਾਲਕ ਹੈ ਅਤੇ ਕਿਸ ਦੀ ਨੌਕਰਾਨੀ। ਇਹ ਕਿੱਥੇ ਤੇ ਕਿਹਦੇ ਕੋਲ ਜਾ ਸਕਦੀ ਹੈ? ਆਤਮਾ ਕਿਹਦੇ ਕੋਲ ਜਾ ਸਕਦੀ ਹੈ? ਪਰਮਾਤਮਾ ਦੇ ਕੋਲ। ਜਦੋਂ ਨਾਮ ਜਪਾਂਗੇ, ਬੰਦਗੀ ਕਰਾਂਗੇ ਨਾ, ਭਜਨ ਕਰਾਂਗੇ, ਸਿਮਰਨ ਕਰਾਂਗੇ, ਫਿਰ ਜਿਹੜੀ ਆਤਮਾ ਨਾ ਇਹ ਵਧੀਆ ਹੋ ਜਾਣੀ ਆ। ਇਹਨੂੰ ਫਿਰ ਪਰਮੇਸ਼ਰ ਨੇ ਰੱਖ ਲੈਣਾ। ਜਿਹੜੀ ਦੂਜੀ ਆਤਮਾ ਨਾਮ ਨਹੀਂ ਜਪਦੀ, ਬੰਦਗੀ ਨਹੀਂ ਕਰਦੀ, ਉਹ ਨਰਕ ਦੀ। ਹੁਣ ਸੁਣਿਓ ਧਿਆਨ ਦੇ ਨਾਲ, ਪ੍ਰਮਾਣ ਦੁਨਿਆਵੀ। ਇੱਕ ਕਬਾੜੀਆ ਕਬਾੜ ਲੈਣ ਵਾਸਤੇ ਆਉਂਦਾ ਨਗਰ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ ਲਾ ਲਓ, ਨਗਰਾਂ ਦੇ ਵਿੱਚ ਲਾ ਲਓ, ਕਬਾੜੀਆ ਕਬਾੜ ਲੈ ਕੇ ਜਾਂਦਾ। ਕਈ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਕੰਮ ਦੀਆਂ ਵੀ ਹੁੰਦੀਆਂ ਨੇ, ਕਈ ਬੇਕਾਰ ਵੀ ਹੁੰਦੀਆਂ ਨੇ। ਜਿਹੜੀਆਂ ਉਹ ਕਬਾੜ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਕਈ ਐਸੀਆਂ ਕੰਮ ਦੀਆਂ ਨੇ ਜਿਹੜੀਆਂ ਕੰਮ ਆਉਣ ਵਾਲੀਆਂ ਹੁੰਦੀਆਂ ਨੇ। ਉਹਨਾਂ ਨੂੰ ਕੀ ਕਰਦਾ ਕਬਾੜੀਆ? ਉਹਨਾਂ ਨੂੰ ਆਪਣੇ ਕੋਲ ਰੱਖ ਲੈਂਦਾ। ਆਖੋ ਸਤਨਾਮ। ਜਿਹੜੀਆਂ ਨਹੀਂ ਹੁੰਦੀਆਂ ਕੰਮ ਦੀਆਂ, ਉਹਨੂੰ ਕੀ ਕਰਦਾ? ਉਹਨੂੰ ਤੋੜ ਭੰਨ ਕੇ ਲੋਹਾ ਬਣਾ ਕੇ ਇੱਕ ਪਾਸੇ ਕਰ ਦਿੰਦਾ। ਆਖੋ ਸਤਨਾਮ। ਇਸੇ ਤਰ੍ਹਾਂ ਜਿਹੜੀ ਆਤਮਾ ਕੰਮ ਦੀ ਆ, ਕਿਹੜੀ ਆਤਮਾ ਕੰਮ ਦੀ ਆ? ਪਰਮੇਸ਼ਰ ਦੇ। ਜਿਹੜੀਆਂ ਸ਼ਰਾਬਾਂ ਕਬਾਬਾਂ ਪੀਂਦੀ ਉਹ ਆਤਮਾ ਪਰਮੇਸ਼ਰ ਦੇ ਕੰਮ ਦੀ ਆ? ਨਹੀਂ ਹੈ। ਹੋਰ ਕਿਹੜੀ ਕੰਮ ਦੀ ਆ? ਉਹ ਆਤਮਾ ਕੰਮ ਦੀ ਆ ਜਿਹੜੀ ਸੰਸਾਰ ਦੇ ਵਿੱਚ ਰਹਿ ਕੇ, ਪਰਿਵਾਰਾਂ ਦੇ ਵਿੱਚ ਰਹਿ ਕੇ, ਘਰਾਂ ਦੇ ਵਿੱਚ ਰਹਿ ਕੇ
ਨਾਮ ਜਪਦੀ ਆ, ਬੰਦਗੀ ਕਰਦੀ ਆ, ਪਰਮੇਸ਼ਰ ਦੇ ਨਾਲ ਜੁੜੀ ਹੋਈ ਆ, ਉਹ ਆਤਮਾ ਕੰਮਦੀ ਹੈ। ਉਹ ਆਤਮਾ ਪਰਮੇਸ਼ਰ ਦੇ ਵਿੱਚ ਸਮਾ ਜਾਂਦੀ ਹੈ, ਪਰਮੇਸ਼ਰ ਆਪਣੇ ਕੋਲ ਰੱਖ ਲੈਂਦਾ। ਜਿਹੜੀ ਫਿਰ ਆਤਮਾ ਨਾਮ ਨਹੀਂ ਜਪਦੀ, ਬੰਦਗੀ ਨਹੀਂ ਕਰਦੀ, ਉਹਨੂੰ ਫਿਰ ਗੁਰਮੁਖ ਪਿਆਰੇ ਨਰਕਾਂ ਦੇ ਵਿੱਚ ਸੁੱਟਿਆ ਜਾਂਦਾ। ਆਖੋ ਸਤਨਾਮ। ਜਿਵੇਂ ਲੋਹਾ ਕੁੱਟ ਕੇ ਇਕੱਠਾ ਕਰਕੇ ਸਾਈਡ ਤੇ ਰੱਖ ਦਿੱਤਾ ਜਾਂਦਾ, ਉਹ ਬੇਕਾਰ ਹੋ ਜਾਂਦਾ ਹੈ। ਜਿਹੜੀ ਬੇਕਾਰ ਆਤਮਾ ਨਾ, ਉਹਨੂੰ ਫਿਰ ਗੁਰਮੁਖ ਪਿਆਰਿਓ ਨਰਕਾਂ ਦੇ ਵਿੱਚ ਸੁੱਟਿਆ ਜਾਂਦਾ। ਉੱਥੇ ਕਰਮਾਂ ਦਾ ਹਿਸਾਬ ਕਿਤਾਬ ਹੋ ਕੇ ਫਿਰ ਉਹਨੂੰ ਜੂਨਾਂ ਦੇ ਵਿੱਚ ਪਟਕਾਇਆ ਜਾਂਦਾ ਹੈ, ਗਰਭ ਜੂਨੀਆਂ ਦੇ ਵਿੱਚ ਪਟਕਾਇਆ ਜਾਂਦਾ ਹੈ, 84 ਲੱਖ ਜੂਨ ਦੇ ਵਿੱਚ ਸਿੱਟਿਆ ਜਾਂਦਾ ਹੈ। ਇਸ ਕਰਕੇ ਨਾਮ ਜਪੀਏ, ਬੰਦਗੀ ਕਰੀਏ। ਨਾਮ ਜਪਾਂਗੇ ਇੱਥੇ ਵੀ ਸਤਿਕਾਰ ਹੋਵੇਗਾ। ਜਦੋਂ ਸੰਸਾਰ ਤੋਂ ਜਾਣਾ, ਦੇਖੋ ਜਾਣਾ ਸਾਰਿਆਂ ਨੇ ਆ, ਜਦੋਂ ਸੰਸਾਰ ਤੋਂ ਜਾਵਾਂਗੇ ਫਿਰ ਇਹ ਜਿਹੜੀ ਆਤਮਾ, ਇਹ ਸਾਡੀ ਆਤਮਾ ਸਤਿਗੁਰੂ ਜੀ ਨੇ ਆਪਣੇ ਕੋਲ ਰੱਖ ਲੈਣੀ ਹੈ। ਬੰਦਾ ਮਰ ਜਾਂਦਾ, ਅਰਦਾਸ ਕਰਦੇ ਨਾ, ਬਾਬਾ ਜੀ ਅਰਦਾਸ ਕਰ ਦਿਓ। ਵਧੀਆ ਜੀ, ਕਾਦੀ ਭਾਈ? ਵੀ ਬਸ ਚਰਨਾਂ ਦੇ ਵਿੱਚ ਨਿਵਾਸ ਮਿਲ ਜੇ। ਜੇ ਚੀਜ਼ ਵਧੀਆ ਉਹ ਬੰਦਾ ਆਪੇ ਰੱਖ ਲੈਂਦਾ। ਜੇ ਚੀਜ਼ੇ ਬੇਕਾਰ ਆ ਫਿਰ ਉਹਨੂੰ ਕੀ ਰੱਖਾਂਗੇ ਆਪਾਂ? ਬੇਕਾਰ ਚੀਜ਼ ਤਾਂ ਆਪਾਂ ਘਰ 'ਚ ਨਹੀਂ ਰੱਖਦੇ ਹੈਗੇ ਜੀ, ਚੱਕ ਕੇ ਕਬਾੜੀਆਂ ਨੂੰ ਵੇਚ ਦਿੰਦੇ ਆ। ਵਧੀਆ ਚੀਜ਼ ਕੋਈ ਵੇਚਦਾ? ਕੋਈ ਘਰ ਦੇ ਵਿੱਚ ਮਿਕਸੀ ਰੱਖੀ ਹੋਈ ਆ, ਵਧੀਆ ਚੱਲ ਰਹੀ ਐ, ਕੰਮ ਦੇ ਰਹੀ ਆ, ਕੋਈ ਵੇਚੂਗਾ ਚੱਕ ਕੇ ਉਹਨੂੰ? ਜਾਂ ਹੋਰ ਸਮਾਨ, ਮੋਟਰਸਾਈਕਲ ਖੜੇ ਨੇ ਘਰਾਂ 'ਚ ਵਧੀਆ ਵਧੀਆ, ਜਿਹੜਾ ਚੱਲਦਾ ਨਹੀਂ, ਜਿਹੜਾ ਸਿਮਰਦਾ ਨਹੀਂ, ਚੱਲਦਾ ਨਹੀਂ, ਬੇਕਾਰ ਜਮੀ, ਅਗਲਾ ਕਹਿੰਦਾ ਯਾਰ ਚੱਕ ਕੇ ਕਬਾੜੀਆਂ ਨੂੰ ਵੇਚੋ ਪਰੇ। ਕਿਉਂ? ਬੇਕਾਰ ਆ। ਇਸ ਕਰਕੇ ਜਿਹੜੀ ਚੀਜ਼ ਕੰਮ ਦੀ ਆ ਉਹਨੂੰ ਆਪਾਂ ਰੱਖ ਲੈਣਾ। ਇਸੇ ਤਰ੍ਹਾਂ ਜਿਹੜੀ ਆਤਮਾ ਕੰਮ ਦੀ ਆ, ਉਹ ਪਰਮੇਸ਼ਰ ਨੂੰ ਆਪਣੇ ਕੋਲ ਰੱਖ ਲੈਂਦਾ। ਬਾਕੀ ਨਰਕਾਂ ਦੇ ਵਿੱਚ ਪਾ ਕੇ ਉਹਨੂੰ ਉਸ ਤੋਂ ਬਾਅਦ ਸਜ਼ਾਵਾਂ ਦੇ ਕੇ, ਹਿਸਾਬ ਕਿਤਾਬ ਪੂਰਾ ਕਰਕੇ ਫਿਰ ਜੂਨੀਆਂ ਦੇ ਵਿੱਚ ਪਟਕਾਇਆ ਜਾਂਦਾ। ਕਦੇ ਸੱਪ ਦੀ ਜੂਨ, ਕਦੇ ਕੀੜੇ ਦੀ ਜੂਨ, ਕਦੇ ਮਕੌੜੇ ਦੀ ਜੂਨ, ਕਦੇ ਕਿਹੜੀ, ਕਦੇ ਕਿਹੜੀ, ਕਦੇ ਐ ਜੂਨਾਂ ਦੇ ਵਿੱਚ ਪਟਕਾਇਆ ਜਾਂਦਾ ਹੈ। ਕੀ ਕਹਿੰਦੇ ਨੇ ਭਗਤ ਕਬੀਰ ਜੀ ਅੱਗੇ ਸੁਣੋ। ਕਹੋ ਕਬੀਰ ਲਿਵ ਲਾਗ ਰਹੀ ਹੈ, ਜੈ ਬਸੈ ਦਿਨ ਰਾਤੀ। ਭਗਤ ਕਬੀਰ ਜੀ ਮਹਾਰਾਜ ਆਖਦੇ ਹਨ, ਕਹਿੰਦੇ ਮੇਰੀ ਪ੍ਰੀਤ ਉੱਥੇ ਕੇਂਦਰਿਤ ਹੋਈ ਹੈ ਜਿੱਥੇ ਦਿਨ ਰਾਤ ਸਾਹਿਬ ਨਿਵਾਸ ਰੱਖਦਾ। ਕਿੱਥੇ ਰੱਖਦਾ ਨਿਵਾਸ? ਸਾਹਿਬ ਪਰਮੇਸ਼ਰ ਸੱਚਖੰਡ ਬਸੈ ਨਿਰੰਕਾਰ। ਤਾਂ ਗੁਰਮੁਖ ਪਿਆਰਿਓ, ਇਹ ਜਿਹੜੀ ਫਿਰ ਆਤਮਾ ਹੈ, ਭਗਤ ਕਬੀਰ ਜੀ ਕਹਿੰਦੇ ਮੇਰੀ ਪ੍ਰੀਤ ਉੱਥੇ ਕੇਂਦਰਿਤ ਹੋਈ ਹੈ ਜਿੱਥੇ ਦਿਨ ਰਾਤ ਸਾਹਿਬ ਨਿਵਾਸ ਰੱਖਦਾ। ਉਹ ਪਰਮੇਸ਼ਰ ਦੇ ਨਾਲ ਮੇਰੀ ਪ੍ਰੀਤ ਜੁੜੀ ਹੋਈ ਹੈ। ਊਆਂ ਕਾ ਮਰਮ ਉਹੀ ਫਿਰ ਜਾਣੈ, ਉਹ ਤੋ ਸਦਾ ਅਬਨਾਸੀ। ਕਹਿੰਦੇ ਉਸ ਦਾ ਭੇਤ ਉਹ ਆਪ ਹੀ ਪੂਰੀ ਤਰ੍ਹਾਂ ਜਾਣਦਾ ਹੈ। ਉਸ ਦਾ ਭੇਤ ਉਹ ਆਪ ਹੀ ਪੂਰੀ ਤਰ੍ਹਾਂ ਜਾਣਦਾ ਹੈ। ਉਹ ਹਮੇਸ਼ਾ ਹੀ ਅਮਰ ਹੈ। ਗੌੜੀ ਸੁਰਤ ਸਿਮਰਤ ਦੋਇ ਕੰਨੀ, ਮੁੰਦਾ ਪਰਮਤ ਬਾਰ ਖਿੰਥਾ। ਰੱਬ ਦੀ ਬੰਦਗੀ ਅਤੇ ਸਿਮਰਨ ਮੇਰੇ ਕੰਨਾਂ ਦੀਆਂ ਦੋ ਮੁੰਦਰਾਂ ਹਨ। ਮੁੰਦਰਾਂ ਹੁਣ ਕਿੱਥੇ ਪਈਆਂ ਨੇ? ਕੰਨਾਂ 'ਚ ਪਾਉਨੇ ਨਾ ਮੁੰਦਰਾਂ ਨੂੰ। ਕੰਨਾਂ ਦੇ ਵਿੱਚ ਮੁੰਦਰਾਂ, ਕੰਨਾਂ ਦੇ ਵਿੱਚ ਪੈਂਦੀਆਂ ਨੇ। ਸੇਵਾ ਔਰ ਸਿਮਰਨ, ਇਹ ਦੋ ਕਹਿੰਦੇ ਮੇਰੇ ਕੰਨਾਂ ਦੀਆਂ ਮੁੰਦਰਾਂ ਨੇ। ਹੁਣ ਇਹ ਸਮਝ ਲਓ ਵੀ ਕੰਨਾਂ ਦੇ ਵਿੱਚ ਬੀਬੀਆਂ ਭੈਣਾਂ ਸਾਡੀਆਂ ਵਾਲੀਆਂ ਪਾਉਂਦੀਆਂ ਨੇ, ਜਾਂ ਛੋਟੇ ਛੋਟੇ ਪਤਾ ਨਹੀਂ ਕੀ ਸੱਲੇ ਜੇ ਕਹਿੰਦੇ ਨੇ, ਉਹਨਾਂ ਨੂੰ ਮੁੰਦਰਾਂ ਹੀ ਲਾ ਲਓ। ਮੁੰਦਰਾਂ ਵੀ ਉਹਨਾਂ ਬਗੈਰ ਸਾਰ ਸਕਦੀਆਂ ਨੇ? ਕਿਤੇ ਸਰ ਸਕਦਾ? ਲੈ ਕਦੇ ਨਹੀਂ ਸਰਦੀਆਂ। ਜੇ ਕਹਿਣ ਭੈਣੇ ਤੇਰੇ ਤਾਂ ਕੰਨ ਜੇ ਨੰਗੇ ਪਏ ਨੇ, ਕਿੱਧਰ ਗਈਆਂ ਤੇਰੀਆਂ ਵਾਲੀਆਂ ਮੁੰਦਰਾਂ?
जदी दूसरी कह दूगी, भाव के भी सरदा नहीं ਉਹਦਾ ਮਤਲਬ। इसी तरह नाम ते सिमरन दे बगैर भी सरदा नहीं है। एक कन्न दियां मुंदरां समझ लो, इन्हां नूं भी सरदा नहीं। अते कहंदे जतरत ज्ञान मेरी बाहरली कफनी आ। जिहड़ा ज्ञान आ ना, ये मेरी बाहरली कफनी आ। जिवें बाहरला आपां वस्त्र पाउने आ, बाहर शरीर दे उपर वस्त्र पाउने आ, कहंदे जिहड़ा ज्ञान आ ये मेरी कफनी आ। सुन गुफा मैं आसन बैसन कल्प बवार जत पंथा। ध्यान अवस्था मेरा चुपचाप केंद्रा अंदर दा बेसेवा है। जिहड़ी मेरी सुरता वो केंद्रता 10वें द्वार नाल परमात्मा दे नाल जुड़ी हुई है। अते इच्छा दा त्यागना मेरा मजहबी है, मजहबी मार्ग है। इच्छा दा त्यागना जिहड़ा गुरसिखा है ना, जिहड़ा नाम जपण वाला, बंदगी करन वाला, वो कदे मन दे विच इच्छा नहीं करदा। इच्छा रख के सेवा नहीं करदा, इच्छा रख के गुरबाणी नहीं पढ़ता, इच्छा रख के सिमरन नहीं करता, लेकिन ओदियां इच्छा सारी पूरियां कर दिंदा वाहिगुरू परमेश्वर। हुण मन लो गल, घर दे विच अपने बच्चा, परिवार दे विच लड़का ਤਾਂ ਗੁਰਮੁਖ ਪਿਆਰੇ ਉਹਦੇ ਮਨ ਦੇ ਵਿਚਾਰੇ ਦੀ ਕੋਈ ਇੱਛਾ ਨਹੀਂ, ਨਾ ਕੋਈ ਕੋਠੀ ਪਾਣ ਦੀ ਇੱਛਾ, ਨਾ ਕੋਈ ਗੱਡੀ ਲੈਣ ਦੀ ਇੱਛਾ, ਨਾ ਕੋਈ ਹੋਰ ਕਾਸ ਦੀ ਇੱਛਾ। ਬਸ ਕੰਮਕਾਰ ਤੱਕ ਧਿਆਨ ਨਾਲ ਕੰਮਕਾਰ ਕਰੀ ਜਾਂਦਾ। ਜਿਹੜਾ ਫਿਰ ਉਹਦਾ ਮਾਂ-ਬਾਪ ਹੋਊਗਾ ਨਾ, ਉਹਦੇ ਆਪਣੇ ਆਪ ਮਨ ਦੇ ਵਿੱਚ ਆਊ ਵੀ ਬੱਚਾ ਜਿਹੜਾ ਸਾਡਾ ਮੰਗਦਾ ਕੁਛ ਨਹੀਂ, ना कोई कपड़ा लीड़े बारे, ना कोई गड्डी बारे, ना कोई मोटरसाइकिल बारे, कोई कुछ नहीं। ये कह रहा बेचारे कोल है कुछ नहीं। माँ बाप उन्होंने हौली हौली सारिया चीज़ां अपने आप लैके दे देंगे। आखो सतनाम, अपने आप लैके दे देंगे भी होरां दे कोल भी ने, साडा बच्चा भी मोटरसाइकिल चला सकता, गड्डी चला सकता। इसे तरह जदों असीं वाहिगुरू परमेश्वर दा सिमरन करांगे, बंदगी करांगे ना, कोई मन दे विच इच्छा नहीं रखांगे, ते वाहिगुरू परमेश्वर ने अपने आप ही दे देनी ने सारियां चीज़ां। आखो सतनाम, ऐसे मेरा आप ही हो जानियां ने। वो बड़ा बेअंत है वाहिगुरू परमेश्वर। वो सब मेरा आप ही करता, बस उसकी बंदगी करो, उसका भजन करो, उसका सिमरन करो। जदों सिमरन करांगे, जप तप करांगे, उन्हें तुहाडे तो कुछ नहीं लुको के रखना। सारे खजाने भरपूर कर देने, काल कंटक दूर कर देने। हुण साडे वर्गे किहड़े चक्कियां चल रही ने, साडे वर्गियां कोल किहड़ा जमीनां ने। असीं परमेश्वर की बंदगी कर रहे हैं, है कोई घाट किसी तरह दी? किसी तरह की कोई घाट नहीं है। महाराज की बंदगी करते, सिमरन करते हैं, जप तप करते हैं, कोई घाट नहीं है। सड़दा नहीं है वो घाट कोई। दिन रात देख लो गड्डियां भजे रहते, कदे किधरे बागे, कदे किधरे बागे। जाने 1000 रुपया तेले फूक के आउंदी गड्डी, अज फिर पत्तना जाके आउणा, अज फिर 1000 का खा जानी है। कहण दा भाव ये सारियां बख्शिशां मेरा वो परमेश्वर दियां ने। हुण ये ना पुछो भी पैसे आई किधरों जांदे ने। ये तो बाबे नानक दा घर है, इत्थे कोई घाट नहीं है। वो कोई नूं कोई मेर कृपा कर दिंदा है। एक मैनू कहण लगा, कहंदा बाबा जी, जां मैं बोट लिआंदा सी, कहंदा यार कित्थे ले लिया पंगा इहदे नाल। मां भी की हो गया? कहंदा ये तो बहुत तेल खांदा, कहंदा इन्हें तो बड़े बड़े घरां दी बस कराती, बेचना पैंदा जी। कहंदा इहदा तेल बड़ा खांदा, बड़े बड़े घरां दियां। मैं उन्होंने इक्के गल कही, उन्होंने गल नहीं आउड़ी। वहाँ बड़े बड़े घरां दी बस कराती। साडा घर पता किहड़ा, साडा प्यो पता किहड़ा, साडे घर जिहड़ा तां किसे दा घरे नहीं है,
साडे प्यो जिड्डा बलवान शक्तिवान कोई प्यो नहीं है। साडा प्यो कलगीधर पातशाह गुरु गोबिंद सिंह महाराज जी, गुरु ग्रंथ साहिब महाराज जी ने। गुरु घर तो कोई बड़ा घर है किसी का? कहता ना जी। मां फिर इत्थे घाट आ कोई? कहता ना जी। मां बस फिर यही चलते हैं। कहने का मतलब ये वाहिगुरु परमेश्वर बड़ा बड़ा बलवान आ, बड़ा सर्व शक्तियां का मालक आ। उहदा सिमरन करो, उहदी बंदगी करो, सेवा करो ते सिमरन, गल्लां दो ही ने। गुरबाणी भी सानू यही समझाती है, सेवा करो ते सिमरन करो। बस जिस दिन तो पूरे दिल दे नाल, मन दे नाल, तन दे नाल सेवा करनी शुरू कर दी ना, फिर गुरमुख प्यारिओ घाट नहीं कोई रहिंदी। आखो सतनाम। अपने प्रधान जी बैठे देखो रोज देग वरताउंदे ने। नहीं गुरुद्वारे दे विच प्रधान तां 8 वजे तो पहला लभदी नहीं भी कित्थे आ। सुत्ते पे हुंदे ने, ना कोई नहाउणा, ना कोई धोना, ना कोई उठना, ना लैणा देना। गुरु महाराज दे नाल जुड़े ने, शाम नूं रोज हाज़री भरदे ने। है कोई घाट इन्हां नूं किसी प्रकार दी? कोई घाट नहीं है। इस करके जिहड़ा वाहिगुरु परमेश्वर दे नाल जुड़ गया ना, कोई भी आ चाहे उन्होंने कोई घाट नहीं। परमेश्वर छड्डदा, मंगण दी भी लोड़ नहीं, बिना मंगे ही सब कुछ मिल जाता। हुण कृष्ण भगवान दे कोल सुदामा गया सी। सुदामा गया कि सुदामे ने भगवान तो कोई माया मंगी भी मेरी कोई महल बना दो या मैनू कुछ दे दो। मंगया कुछ उन्हें? कुछ नहीं मंगया। बिना मंगे ही सारा कुछ बना दिता। महल भी बन गया, घर बार दे विच माया भी, दाना फक्का, सारे तरह की कोई घाट रही है? सुनो इतिहास, पढ़ो इतिहास, कोई नहीं रही। हजे जदों सुदामा वापस गया ना, सोचदा जांदा ओ मना भगवान दे कोल आया भी पर मंगया भी कुछ नहीं। घर वाली नूं की मूँह दिखावेगा भी इन्ने दिन लाया आया, की लैके आया? जदों घरे देखिया भी इत्थे दा छपरी सी निकी जी, आ बड़ा तकड़ा किड्डा महल बना दिता। लो कहंदे भगवान दे कोल गए सी, छपरी भी गवाली, छपरी ढा के किसी राजे ने महल बना लिया। ये नहीं पता भी महल परमेश्वर ने तेरी बनाया। इस करके गुरमुख प्यारिओ वाहिगुरु परमेश्वर तो मंगण की लोड़ नहीं है। बिना मंगे उन्हें सारा कुछ देना। बस सिमरन ते सेवा शुरू रखो, दो चीज़ां ने। आओ लास्ट पंक्तियां फिर समाप्ति करिए। की कहंदे ने? मन राजन बैरागी जोगी, मर्त न सोग वियोगी रहाओ। मेरा पातशाह मैं प्रभु दी प्रीत नाल रंगिया होया हाँ, जोगी हाँ। मर्त न सोग वियोगी रहाओ। कहंदे मैं मौत अफसोस ते बसोड़े तो उचेरा हाँ। खंड ब्रह्मंड में सिंगी मेरा बटुआ, सब जग पसम धारी। आलम ते इस दियां भागां अंदर अपना सिंह पाया, अते सारा जहान स्वा रखण लई मेरा थैला है। ताड़ी लागी तिरपाल पलटिया, सुटे हुए पसारी। तिन्ना गुणा तो खलासी ते संसार तो छुटकारा मेरा समाधि लाउणा है। समाधि लाउणा, तिन्ना गुणा तो खलासी ते संसार तो छुटकारा मेरा समाधि लाना है। मन पवन दोए तंबू करी है, जुग जुग सारद साजे। अपने एक चित ते श्वास नू बीणा दे दो तुंबे बनाया है, अते सारिया जुगां दे स्वामी नू मैं इस तरह दी डंडी बनाया है।
ਧਿਰ ਪਈ ਤੰਤੀ ਟੂਟਸ ਨਾਹੀ, ਅਨ ਦਿਨ ਕਿੰਗਰੀ ਬਾਜਾ। ਕਹਿੰਦੇ ਸੱਥਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ, ਅਤੇ ਬੀਣਾ ਸੁੱਤੇ ਸਿੱਧ ਹੀ ਵੱਜ ਰਹੀ ਆ। ਸੁੱਤੇ ਸਿੱਧ ਹੀ ਆਪਣੇ ਆਪ ਹੀ ਵੱਜ ਰਹੀ ਆ। ਜਦੋਂ ਤੁਸੀਂ ਸਿਮਰਨ ਕਰੋਗੇ, ਗੁਰਬਾਣੀ ਪੜ੍ਹਦੇ ਰਹੋਗੇ, ਸਿਮਰਨ ਕਰਦੇ ਰਹੋਗੇ, ਗੁਰਬਾਣੀ ਪੜ੍ਹਦੇ ਰਹੋਗੇ, ਇੱਕ ਦਿਨ ਐਸਾ ਸਮਾਂ ਆ ਜਾਣਾ ਤਾਂ ਗੁਰਮੁਖ ਪਿਆਰੇ ਸੁੱਤਿਆਂ ਪਿਆਂ ਵੀ ਆਪਣੇ ਆਪ ਸਿਮਰਨ ਚੱਲਦਾ ਤੇ ਆਪਣੇ ਆਪ ਗੁਰਬਾਣੀ ਦਾ ਜਾਪ ਚੱਲਦਾ, ਆਪਣੇ ਆਪ ਚੱਲਦਾ। ਇਸ ਕਰਕੇ ਅੱਗੇ ਫਰਮਾਨ ਕਰਦੇ ਨੇ ਲਾਸਟ ਪੰਕਤੀ, ਸੁਨ ਮਨ ਮਗਨ ਪੈ ਹੈ, ਪੂਰੇ ਮਾਇਆ ਡੋਲ ਨ ਲਾਗੇ। ਕਹੇ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ, ਖੇਲ ਗਿਓ ਬੈਰਾਗੇ। ਕਹੇ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ, ਖੇਲ ਗਿਓ ਬੈਰਾਗੇ। ਇਸ ਨੂੰ ਸੁਣਨ ਦੁਆਰਾ ਪੁਰਸ਼ ਦਾ ਚਿੱਤ ਖੁਸ਼ ਹੋ ਜਾਂਦਾ ਹੈ ਅਤੇ ਮੋਹਣੀ ਦੇ ਹਲੂਣੇ ਉਸ ਨੂੰ ਨਹੀਂ ਲੱਗਦੇ, ਮਾਇਆ ਦੇ ਹਲੂਣੇ ਉਸ ਨੂੰ ਨਹੀਂ ਲੱਗਦੇ। ਕਬੀਰ ਜੀ ਆਖਦੇ ਹਨ ਕਿ ਇੱਛਾ ਰਹਿਤ ਆਤਮਾ ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ। ਉਹ ਫਿਰ ਜਿਹੜੀ ਆਤਮਾ ਇਹ ਜੀ ਖੇਡ ਖੇਡ ਗਈ, ਨਾਮ ਜਪ ਗਈ, ਸਿਮਰਨ ਕਰ ਗਈ, ਬੰਦਗੀ ਕਰ ਗਈ, ਉਹ ਮੁੜ ਕੇ ਗੁਰਮੁਖ ਪਿਆਰਿਓ ਸਰੀਰ ਜਨਮ ਨਹੀਂ ਧਾਰਦੀ। ਆਖੋ ਸਤਨਾਮ। ਆਓ ਬਾਕੀ ਵਿਚਾਰਾਂ ਕਰਾਂਗੇ ਕੱਲ ਨੂੰ। ਗੱਜ ਨਵ, ਗੱਜ 10, ਗੱਜ 21, ਪੁਰੀਆ ਏਕ ਤਨਾਈ, 60 ਸੂਤ ਨਭ ਖੰਡ, 72 ਪਾਟ ਲੋਗੋ ਅਧਿਕਾਈ। ਇਹ ਕਰਾਂਗੇ ਵਿਚਾਰ ਕੱਲ ਨੂੰ। ਗੁਰਬਾਣੀ ਦੀ ਮਹਾਰਾਜ ਜੀ ਕਿਰਪਾ ਕਰਨ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਤਮਾਮ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਤੇ ਸਿਰ ਤੇ ਮੇਰਾ ਹੱਥ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ, ਨਾਮ ਜਪਣ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜੋ ਲਾਈਵ ਦੇਖ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕਰਦੇ ਰਹਿੰਦੇ ਹੋ। ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ।